शरारती तत्व बैकडोर तो एंट्री करना चाह रहे हैं। ਭੈਣ ਹੈ ਸਾਡੀ, ਉਹ ਇਮਾਨਦਾਰ ਹੈ, ਲੇਕਿਨ ਉਹਨਾਂ ਦੇ ਜਿਹੜੇ ਆਲੇ ਦੁਆਲੇ ਲੋਕ ਨੇ ਉਹ ਇਮਾਨਦਾਰ ਨਹੀਂ ਹੈਗੇ, ਔਰ ਜਿਹੜੇ ਉਹਨਾਂ ਦੇ ਮੋਢਿਆਂ ਦੇ ਚੜ੍ਹ ਕੇ ਦੁਰਗਿਆਨੇ 'ਚ ਵੜਨਾ ਚਾਹੁੰਦੇ ਆ, ਦੁਰਗਿਆਨੇ ਦਾ ਮਾਲ, ਦੁਰਗਿਆਨੇ ਦੀ ਜਗ੍ਹਾ ਉਹਨਾਂ ਦੇ ਸੇਫ ਨਹੀਂ ਹੈਗੀ। नमस्कार, मैं हाँ दीपक भंडारी तो तुसीं देख रहे हो D4U न्यूज़। अज असीं पहुंचे हैं श्री दुर्गियाना तीर्थ। कल 24 जुलाई नूं इत्थे इलैक्शन होने वाले ने। इस वारी 4 ਜਿਹੜੇ पोस्टां ते इलैक्शन होणगे, प्रधान दा, जनरल सैकटरी दा, फाइनांस सैकटरी दा और मैनेजर दा। तुसीं देख सकते हो यह पूरी व्यवस्था की गई है। इत्थों एंट्री होएगी, कोई भी वोटर आएगा उत्थों एंट्री करेगा तो इत्थे जाएगा। वो 4 ਜਿਹੜੇ हैं बूथ बनाए गए हैं। एक टाइम ते 4 लोगों नूं इत्थे ਜਿਹੜੀ ਐਂਟਰੈਂਸ ਦਿੱਤੀ ਜਾਏਗੀ। ਮੈਂ ਕੈਮਰਾਮੈਨ ਨੂੰ ਕਹਾਂਗਾ, ਤੁਸੀਂ ਕੈਮਰਾਮੈਨ ਤੁਹਾਨੂੰ ਦਿਖਾਏਗਾ ਵੀ ਇਹ ਐਂਟਰੀ ਦਿੱਤੀ ਜਾਏਗੀ। ਇਹ 4 ਜਿਹੜੇ ਹੈ ਕੈਬਨ ਬਣਾਏ ਗਏ। ਇੱਥੇ ਆ ਕੇ ਉਹ ਆਪਣੇ ਬਾਹਰੋਂ ਨੂੰ 4 ਹਰ ਵਿਅਕਤੀ, ਹਰ ਵੋਟਰ ਨੂੰ 4 ਬੈਲਟ ਪੇਪਰ ਦਿੱਤੇ ਜਾਣਗੇ। ਉਹ ਅਲੱਗ-ਅਲੱਗ ਆਪਣੀ ਮਰਜ਼ੀ ਦੇ ਅਨੁਸਾਰ ਚੁਣੇ ਗਏ, ਜਿਹੜੇ ਜਿਹਨੂੰ ਵੀ ਉਹਨੇ ਚੁਣਨਾ ਹੈ ਉਹਦੇ ਉੱਪਰ ਆਪਣੀ ਟਿਕ ਲਗਾਏਗਾ ਜਾਂ ਸਟੈਂਪ ਲਗਾਏਗਾ। ਫਿਰ ਇਹ ਦੇਖੋ ਇੱਥੇ 4 ਪੇਟੀਆਂ ਰੱਖੀਆਂ ਗਈਆਂ, ਇਹਨਾਂ ਦੇ ਵਿੱਚ ਆਪਣਾ ਬੈਲਟ ਪੇਪਰ ਪਾਏਗਾ। ਇਸ ਤੋਂ ਬਾਅਦ ਕੱਲ੍ਹ ਹੀ ਇਹਨਾਂ ਦੀ ਗਿਣਤੀ ਹੋ ਜਾਏਗੀ ਤੇ ਜਿਹੜੇ ਪ੍ਰਧਾਨ ਲਈ ਇਸ ਵਾਰੀ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਰਮੇਸ਼ ਚੰਦਰ ਜਿਹੜੇ ਕਿ ਮੌਜੂਦਾ ਪ੍ਰਧਾਨ ਵੀ ਨੇ, ਦੁਰਗਿਆਨਾ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਰਮੇਸ਼ ਚੰਦਰ ਸ਼ਰਮਾ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹਨਾਂ ਨੇ ਕੀਤਾ ਕੀ ਤੇ ਉਹਨਾਂ ਦਾ ਵਿਜ਼ਨ ਕੀ ਹੈ। ਦੁਰਗਿਆਨਾ ਕਮੇਟੀ ਦੇ ਚੁਣਾਵ 24 ਜੁਲਾਈ ਨੂੰ ਹੋਣ ਵਾਲੇ ਨੇ। ਇੱਕ ਦਿਨ ਚੁਣਾਵਾਂ 'ਚ ਰਹਿ ਗਿਆ ਤੇ ਸਾਡੇ ਨਾਲ ਨੇ ਪਿਛਲੇ 7 ਸਾਲਾਂ ਤੋਂ ਪ੍ਰਧਾਨ ਨੇ ਇੱਥੇ ਤੇ ਕਈ ਸਾਲਾਂ ਤੋਂ ਦੁਰਗਿਆਨਾ ਮੰਦਿਰ ਦੀ ਸੇਵਾ ਵੀ ਕਰ ਰਹੇ ਨੇ। ਰਮੇਸ਼ ਸ਼ਰਮਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਮੇਸ਼ ਜੀ ਨਮਸਕਾਰ। ਨਮਸਕਾਰ ਜੀ। ਰਮੇਸ਼ ਜੀ, ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਜੀ, ਤੁਸੀਂ ਪਹਿਲੇ ਮੇਰੇ ਖਿਆਲ ਮੈਨੇਜਰ ਪਦ 'ਤੇ ਵੀ ਰਹੇ, ਫਿਰ ਤੁਸੀਂ ਪ੍ਰਧਾਨ ਪਦ। ਤੁਹਾਡੀਆਂ ਉਪਲਬਧੀਆਂ ਕਿਹੜੀਆਂ ਰਹੀਆਂ ਦੁਰਗਿਆਨਾ ਤੀਰਥ ਨੂੰ ਜਾਂ ਦੁਰਗਿਆਨਾ ਮੰਦਿਰ ਨੂੰ ਅੱਗੇ ਲੈ ਕੇ ਜਾਣ ਵਾਸਤੇ? ਪਹਿਲੇ ਤਾਂ ਸਾਰੇ ਦਰਸ਼ਕਾਂ ਨੂੰ ਮੇਰਾ ਰਾਮ ਜੀ। ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਦੁਰਗਿਆਨੇ 'ਚ ਐਂਟਰ ਕੀਤੇ ਸੀ ਤੇ ਉਦੋਂ ਦੁਰਗਿਆਨਾ ਕਰੀਬ 25 ਲੱਖ ਰੁਪਏ ਦਾ ਬਾਜ਼ਾਰ ਦਾ ਦੇਣਦਾਰ ਸੀ, ਔਰ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਹੈਗਾ। ਜਿਹੜਾ ਕੈਸ਼ ਜਾਂ ਐਫਡੀਆਂ ਜਾਂ ਦੂਜਾ ਸਮਾਨ ਸੀ ਉਹ ਸਾਰਾ ਸੁਰਿੰਦਰ ਅਰਜਨ ਵਗੈਰਾ ਚੁੱਕ ਕੇ ਲੈ ਗਏ ਸੀ। ਉੱਥੋਂ ਅਸੀਂ ਸਟਾਰਟ ਕੀਤਾ। ਭੋਗ ਭੰਡਾਰ ਵੀ ਘਾਟੇ ਜਾ ਰਿਹਾ ਸੀ, ਔਰ ਮੰਦਰ ਦੀ ਚੜ੍ਹਾਵਾ ਜਿਹੜਾ ਉਹ 85 ਲੱਖ ਸੀ ਤੇ ਖਰਚਾ ਜਿਹੜਾ ਉਹ 1 ਲੱਖ ਸੀ। ਤੇ ਹੁਣ ਕੀ ਸਟੇਟਸ ਹੈ ਜੀ? ਇਸ ਲਈ ਸਟੇਟਸ ਇਹ ਹੈ ਜੀ ਕਿ ਅਸੀਂ ਕਰੀਬ 30 ਲੱਖ ਦੀਆਂ ਐਫਡੀਆਂ ਆਉਣ ਵਾਲੇ ਪ੍ਰੋਜੈਕਟਾਂ ਵਾਸਤੇ ਬਣਾਈਆਂ। 30 ਲੱਖ ਕਿ 30 ਕਰੋੜ? 30 ਕਰੋੜ ਤੇ 30 ਕਰੋੜ ਦੀਆਂ ਐਫਡੀਆਂ ਬਣਾਈਆਂ ਆਉਣ ਵਾਲੇ ਜਿਹੜੇ ਪ੍ਰੋਜੈਕਟ ਅਸੀਂ ਕਰਨੇ ਉਹਨਾਂ ਵਾਸਤੇ। ਤੇ ਕਰੀਬ 10 ਤੋਂ 12 ਕਰੋੜ ਰੁਪਏ ਦੀ ਜਾਇਦਾਦ ਖਰੀਦ ਕੇ ਅਸੀਂ ਦੁਰਗਿਆਨੇ ਦੇ ਨਾਂ ਕਰਵਾਈ। ਅੱਛਾ ਜੀ, ਇਹ ਵੀ ਕਿਹਾ ਜਾਂਦਾ ਵੀ ਬਹੁਤ ਸਾਰੇ ਕਈ ਸ਼ਹਿਰ ਦੇ ਐਸੇ ਵੀ ਕਈ ਪ੍ਰਤਿਸ਼ਠਿਤ ਘਰਾਣੇ ਨੇ ਜਿਨ੍ਹਾਂ ਨੇ ਦੁਰਗਿਆਨੇ ਦੇ ਮੰਦਿਰ ਦੇ ਨਾਮ ਤੇ ਆਪਣੀ ਕੁਝ ਜ਼ਮੀਨਾਂ ਦਿੱਤੀਆਂ, ਦਾਨ ਦਿੱਤੀਆਂ, ਤੇ ਉਹ ਵੀ ਕੁਝ ਜ਼ਮੀਨਾਂ ਦੇ ਬਾਰੇ ਕੁਝ ਹੈ ਵੀ ਕਿੰਨੀਆਂ ਜ਼ਮੀਨਾਂ ਤੇ ਕਿੱਥੇ ਕਿੱਥੇ ਹੈਗੀਆਂ ਉਹ ਜੀ 100 ਕਿੱਲਾ ਜ਼ਮੀਨ ਕਪੂਰ ਪਰਿਵਾਰ ਨੇ ਦਿੱਤਾ ਸੀ ਜੀ, ਜਿਨ੍ਹਾਂ ਨੇ ਇੱਕ ਲੋਹਗੜ੍ਹ ਦੇ ਅੰਦਰ ਮੰਦਿਰ ਵੀ ਬਣਾਇਆ ਸੀ, ਔਰ ਉਹਨਾਂ ਨੇ ਦੁਰਗਿਆਨਾ ਕਮੇਟੀ ਨੂੰ 100 ਕਿੱਲਾ ਜ਼ਮੀਨ ਦਿੱਤੀ ਸੀ। ਉਹ 100 ਕਿੱਲੇ ਦਾ 100 ਕਿੱਲਾ ਜ਼ਮੀਨ ਜਿਹੜੀ ਆ ਉਹ ਮੇਰੇ ਵਰਗੇ ਪ੍ਰਧਾਨ ਜਿਹੜੇ ਆਉਂਦੇ ਗਏ ਤੇ ਉਹਨੂੰ ਵੇਚਦੇ ਗਏ ਤੇ ਵੇਚ ਕੇ ਉਹ ਸਾਰੀ ਜ਼ਮੀਨ ਖਾ ਗਏ। ਔਰ ਉਹ ਕਰੀਬ 90 ਸਾਲ ਤੋਂ 95 ਸਾਲ ਤੋਂ ਉਹ ਜੱਟ ਵਾਹੁੰਦੇ ਪਏ ਸੀ। ਉੱਥੇ ਥੋੜ੍ਹੀ ਜ਼ਮੀਨ ਬਚੀ ਹੋਈ ਸੀ, ਕਨਾਲ ਕਿਤੇ, ਅੱਧੀ ਕਨਾਲ ਕਿਤੇ। ਉਹ ਮੈਂ ਹੁਣ ਸਾਰੀ ਜ਼ਮੀਨ ਇਕੱਠੀ ਕਰਾ ਕੇ 3.5 ਕਿੱਲੇ ਜ਼ਮੀਨ ਉੱਥੇ ਇਕੱਠੀ ਕਰਕੇ ਤੇ ਉਹਦੀ ਚਾਰਦੀਵਾਰੀ ਕੀਤੀ ਹੈ। ਔਰ ਉਹ ਜ਼ਮੀਨ ਜਿਹੜੀ ਹੈ ਉਹ ਦੁਰਗਿਆਨੇ ਦੇ ਆਉਣ ਵਾਲੇ ਪ੍ਰੋਜੈਕਟ ਜਿਹੜਾ ਹੌਸਪੀਟਲ ਹੈ ਉਹਦੇ ਵਾਸਤੇ ਹੋਏਗੀ। ਇਹ ਜਗ੍ਹਾ ਜਿਹੜੀ ਹੈ ਬੈਸਟ ਪ੍ਰਾਈਸ ਤੋਂ ਅੰਮ੍ਰਿਤਸਰ ਵਾਲੇ ਪਾਸੇ ਹੈ। ਅੱਛਾ, ਇਹ ਕਿਹਾ ਜਾ ਸੀ ਉੱਥੇ ਦੀ ਮੈਂ ਗੱਲ ਕਰਾਂ, ਪਿੰਗਲਵਾੜਾ ਦੇ ਕੋਲ ਜਿਹੜੀ ਇਹ ਜਗ੍ਹਾ, ਇਹ ਕਹਿੰਦੇ ਵੀ ਉੱਥੇ ਕਾਫੀ ਪਹਿਲੇ ਬੋਰਡ ਲੱਗਿਆ ਹੁੰਦਾ ਸੀ ਵੀ ਇਹ ਦੁਰਗਿਆਨਾ ਤੀਰਥ ਦੀ ਪ੍ਰਾਪਰਟੀ ਹੈ, ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਹੁਣ ਉੱਥੇ ਸ਼ਾਇਦ ਬੋਰਡ ਲੱਗਾ ਨਹੀਂ ਹੈ ਵੀ ਇਹ ਵੀ ਕੁਝ ਲੋਕਾਂ ਦੀ ਨਜ਼ਰ ਉਸ ਪ੍ਰਾਪਰਟੀ 'ਤੇ ਵੀ ਹੈਗੀ ਹੈ। ਨਹੀਂ ਜੀ, ਉਹਦੀ ਕੰਧ ਦੇ ਉੱਤੇ ਅਜੇ ਵੀ ਲਿਖਿਆ ਹੋਇਆ ਹੈ ਅਸੀਂ, ਕਿਉਂਕਿ ਕੰਧਾਂ 4 ਸਫੇਰੇ ਹੋ ਗਈਆਂ, ਇਸ ਕਰਕੇ ਬੋਰਡ ਦੀ ਲੋੜ ਨਹੀਂ ਸੀ ਹੈਗੀ। ਕੰਧ ਦੇ ਉੱਤੇ ਅਜੇ ਵੀ ਲਿਖਿਆ ਹੋਇਆ ਵੀ ਇਹ ਪ੍ਰਾਪਰਟੀ ਦੁਰਗਿਆਨਾ ਕਮੇਟੀ ਦੀ ਹੈ। ਸ਼ਰਮਾ ਜੀ, ਜਿਹੜੇ ਲੋਕ ਜਿਵੇਂ ਤੁਸੀਂ ਦੱਸਿਆ ਵੀ 100 ਕਿੱਲਾ ਪ੍ਰਾਪਰਟੀ ਵੇਚ ਕੇ ਖਾ ਗਏ, ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ? ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪ੍ਰਧਾਨ ਰਹੇ ਹੋ। ਨਹੀਂ ਜੀ, ਸਾਡੇ ਹੁੰਦਿਆਂ ਜਿਹੜੀ ਹੈ ਨਾ ਉਹ ਕੋਈ ਜਗ੍ਹਾ ਨਹੀਂ ਵਿਕੀ। ਸਾਡੇ ਆਉਣ ਤੋਂ ਬਹੁਤ ਪਹਿਲੇ ਤੋਂ ਲੈ ਕੇ ਇਹ ਜਗ੍ਹਾ ਵਿਕਣੀ ਸ਼ੁਰੂ ਹੋਈ ਹੈ। ਸਾਡੇ ਹੁੰਦਿਆਂ ਸਿਰਫ
1 ਕਿੱਲਾ ਥਾਂ ਦਾ ਅਸੀਂ ਵੇਚਿਆ ਆ ਕੇ। ਉਹ ਅਸੀਂ ਅੰਬੂਜ਼ਾ ਸੀਮੈਂਟ ਨੂੰ ਵੇਚਿਆ ਕਰੀਬ 6 ਕਰੋੜ ਰੁਪਏ ਦਾ, ਔਰ ਉਹ 6 ਕਰੋੜ ਰੁਪਈਆ ਹੀ ਅਸੀਂ ਬਾਈ ਚੈੱਕ ਲਿਆ ਉਹਨਾਂ ਤੋਂ। ਔਰ ਉਹਦੇ ਤੋਂ ਪਹਿਲਾਂ ਅਸੀਂ ਅਖਬਾਰ 'ਚ ਦਿੱਤਾ ਵੀ ਇਹ ਅਸੀਂ ਜਗ੍ਹਾ ਵੇਚਣ ਲੱਗੇ ਹਾਂ, ਇਹਦਾ 6 ਕਰੋੜ ਰੁਪਈਆ ਅੰਬੂਜ਼ਾ ਵਾਲੇ ਦਿੰਦੇ ਆ। ਜੇਕਰ ਇਹਦੇ ਤੋਂ ਜ਼ਿਆਦਾ ਕੋਈ ਕੀਮਤ ਦੇਣਾ ਚਾਹੁੰਦਾ ਹੈ, ਦੇ ਸਕਦਾ ਹੈ, ਤੇ ਉਹ ਦੁਰਗਿਆਨਾ ਕਮੇਟੀ ਨੂੰ 15 ਦਿਨ 'ਚ ਮਹੀਨੇ ਦੇ ਵਿੱਚ ਆ ਕੇ ਕੰਟੈਕਟ ਕਰੇ ਤਾਂ ਕਿ ਅਸੀਂ ਜ਼ਮੀਨ ਉਹਨੂੰ ਦੇ ਸਕੀਏ। ਸ਼ਰਮਾ ਜੀ, ਭੋਗ ਭੰਡਾਰ ਦੀ ਕੀ ਸਥਿਤੀ ਹੈ? ਲక్ష్ਮੀ ਨਾਰਾਇਣ ਭੋਗ ਭੰਡਾਰ ਕਾਫੀ ਚੱਲਦਾ ਵੀ ਇਸ ਵੇਲੇ, ਜਿਵੇਂ ਤੁਸੀਂ ਦੱਸਿਆ ਪਹਿਲੇ ਘਾਟੇ 'ਚ ਸੀਗਾ, ਹੁਣ ਪ੍ਰੋਫਿਟ 'ਚ ਹੈ, ਤੇ ਕੀ ਇਹਦੀ ਕੋਈ ਬੈਲੈਂਸ ਸ਼ੀਟ ਆਪਣੇ ਜਿਹੜੇ ਵੀ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਦੀ? ਇਸ ਤਰ੍ਹਾਂ ਜੀ ਕਿ ਜਿਹੜਾ ਭੋਗ ਭੰਡਾਰਾ ਹੈ, ਪਹਿਲੇ ਤਾਂ ਮਠਿਆਈਆਂ ਨਾਲੋਂ ਮੱਖੀਆਂ ਇੱਥੇ ਜ਼ਿਆਦਾ ਹੁੰਦੀਆਂ ਸੀ। ਹੁਣ ਤੁਸੀਂ ਉੱਥੇ ਜਾ ਕੇ ਦੇਖੋ ਵੀ ਕਿੰਨੀ ਸਵੱਛਤਾ ਹੈ, ਕਿੰਨੀ ਉਹਨੂੰ ਸਹੀ ਤਰੀਕੇ ਨਾਲ ਸਾਰਾ ਬਣਾਇਆ ਜਾਂਦਾ। ਔਰ ਉਹਦੇ ਵਿੱਚ ਕਰੀਬ ਸਾਨੂੰ ਹੁਣ ਕੋਸਟ ਟੂ ਕੋਸਟ ਵੇਚ ਕੇ ਵੀ 1.5 ਕਰੋੜ ਦੇ ਉੱਪਰ ਹਰ ਸਾਲ ਜਿਹੜੀ ਹੈ ਉਹ ਆਮਦਨ ਦੁਰਗਿਆਨੇ ਨੂੰ ਹੁੰਦੀ ਹੈ। ਔਰ ਇਹ ਜਿਹੜੀ ਇਹਦੀ ਕੁਆਲਿਟੀ ਹੈ, ਕੁਆਲਿਟੀ ਵੀ 1 ਨੰਬਰ ਦੀ ਹੈ। ਅਸੀਂ ਸਾਰਾ ਇਹਨੂੰ ਚੈੱਕ ਕਰਦੇ ਰਹਿੰਦੇ ਹਾਂ। ਦੂਜੇ ਜਿਹੜੇ ਟੌਪ ਕਲਾਸ ਮਠਿਆਈ ਦੀਆਂ ਦੁਕਾਨਾਂ ਨੇ ਉਹਨਾਂ ਦੇ ਨਾਲ ਇਹਨੂੰ ਚੈੱਕ ਕਰਦੇ ਰਹਿੰਦੇ ਹਾਂ ਅਸੀਂ। ਸ਼ਰਮਾ ਜੀ, ਤੁਹਾਡੇ ਵੱਲੋਂ ਆਰੋਪ ਲਗਾਇਆ ਗਿਆ ਸੀ ਵੀ ਇੱਕ ਮੈਂਬਰ ਸਾਹਿਬਾਨ ਹੀ ਪਦਾਧਿਕਾਰੀ ਹੈ ਦੁਰਗਿਆਨੇ ਦਾ, ਉਹ 80-90 ਹਜ਼ਾਰ ਦੀਆਂ ਮਠਿਆਈਆਂ ਆਪਣੇ ਰਿਸ਼ਤੇਦਾਰਾਂ ਨੂੰ ਦੇਤੀਆਂ, ਤੇ ਤੁਸੀਂ ਐਜ਼ ਏ ਪ੍ਰਧਾਨ ਰਹਿੰਦੇ ਹੋਏ ਵੀ ਉਹਨਾਂ ਕੋਲ ਪੈਸਾ ਵਸੂਲਣ ਦੀ ਕਦੀ ਕਿਹਾ ਨਹੀਂ ਹੈ? ਕਿਹਾ ਜੀ, ਰਿਸ਼ਤੇਦਾਰਾਂ ਨੂੰ ਨਹੀਂ ਦੇਤੀਆਂ, ਆਪਣੀ ਬੇਟੀ ਦੇ ਵਿਆਹ ਦੇ ਉੱਤੇ ਮਠਿਆਈ ਬਣਵਾ ਕੇ ਲੈ ਗਏ। ਕੌਣ ਸੀ ਉਹਦਾ ਪਦਾਧਿਕਾਰੀ? ਮੈਂ ਉਦੋਂ ਅਮਰੀਕਾ ਸੀ ਜੀ। ਇਹ ਕੌਣ ਹੈ ਪਦਾਧਿਕਾਰੀ, ਕੌਣ ਹੈ, ਕੀ ਨਾਮ ਹੈ? ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਜੀ, ਲੇਕਿਨ ਉਹਦੀ ਸ਼ਿਕਾਇਤ ਸਾਰੀ ਜਿਹੜੀ ਹੈ, ਡਿਟੇਲ ਸਾਰੀ ਜਿਹੜੀ ਹੈ, ਅਸੀਂ ਉਹ ਜਿਹੜੀ ਮਦਰ ਬੋਡੀ 'ਚੋਂ ਆਇਆ ਹੋਇਆ RSS 'ਚੋਂ ਅਸੀਂ ਉਹਨਾਂ ਨੂੰ ਕਰ ਦਿੱਤੀ ਸੀ ਔਰ ਇਹਦੇ ਸਾਹਮਣੇ ਕੀਤੀ ਹੈ। ਸ਼ਰਮਾ ਜੀ, ਤੁਹਾਡਾ ਕੀ ਵਿਜ਼ਨ ਹੈ? ਦੇਖੋ ਤੁਸੀਂ ਕੀ ਦੱਸਿਆ ਵੀ ਆਉਣ ਵਾਲੇ ਪ੍ਰੋਜੈਕਟ ਨੇ, 30 ਕਰੋੜ ਰੁਪਏ ਵੀ ਹੈਗਾ, ਕਾਫੀ ਸਾਰੀਆਂ ਜ਼ਮੀਨਾਂ ਵੀ ਹੈ, ਤੇ ਕਿਆ ਤੁਹਾਡਾ ਵਿਜ਼ਨ? ਦੇਖੋ ਤੁਸੀਂ 7 ਸਾਲ ਤੋਂ ਪ੍ਰਧਾਨ ਵੀ ਹੋ, ਹੁਣ ਅਗਲਾ ਤੁਹਾਡਾ, ਜੇ ਤੁਸੀਂ ਪ੍ਰਧਾਨ ਕੱਲ੍ਹ ਚੁਣੇ ਜਾਂਦੇ ਹੋ, ਤੇ ਕਿਆ ਵਿਜ਼ਨ ਰਹੇਗਾ ਤੁਹਾਡਾ? ਸਭ ਤੋਂ ਪਹਿਲੇ ਤਾਂ ਵਿਜ਼ਨ ਇਹ ਹੈ ਜੀ ਕਿ ਦੁਰਗਿਆਨਾ ਮੰਦਿਰ ਦਾ ਜਿਹੜਾ ਫੇਸ ਹੈ, ਇਹ ਫੇਸ ਤੇ ਇਹਦੀ ਪਿਛਲੇ ਪਾਸੇ ਦੀ ਦੀਵਾਰ ਜਿਹੜੀ ਹੈ, ਉਹਦੇ ਜਿਹੜੇ ਪੱਥਰ ਲੱਗੇ ਹੋਏ ਨੇ ਉਹ ਕਰੀਬ 95-99 ਸਾਲ ਦੇ ਹੋ ਗਏ ਨੇ, ਤੇ ਉਹ ਡਿੱਗਣੇ ਸ਼ੁਰੂ ਹੋ ਗਏ ਨੇ। ਉਹ ਕਿਸੇ ਯਾਤਰੂ ਦੇ ਵੱਜ ਕੇ ਉਹਨਾਂ ਨੂੰ ਸੱਟ ਲਾ ਸਕਦੇ ਨੇ। ਇਹ ਦੋਵੇਂ ਫੇਸ ਜਿਹੜੇ ਅਗਲਾ ਤੇ ਪਿਛਲਾ, ਇਹਨਾਂ ਨੂੰ ਰੈਨੋਵੇਟ ਕਰਨਾ ਹੈ। ਔਰ ਨਾਲ ਅਸੀਂ ਸਾਹਮਣੇ ਜਿਹੜੀ ਧਰਮਸ਼ਾਲਾ ਹੈ, ਇਹ ਵੀ ਧਨਵੰਤਰੀ ਧਰਮਸ਼ਾਲਾ ਜਿਹੜੀ ਹੈ ਸਾਨੂੰ ਦਾਨ 'ਚ ਦਿੱਤੀ ਹੋਈ ਸੀ। ਇਹਨੂੰ ਕਰੀਬ 90-95 ਸਾਲ ਹੋ ਗਏ, ਉਹ ਆਪਣੀ ਉਮਰ ਹੰਢਾ ਬੈਠੀ ਹੈ। ਔਰ ਪੁਰਾਣੀ ਤਰ੍ਹਾਂ ਦੇ ਹਾਲ ਬਣੇ ਹੋਏ ਹੈ, ਜਦੋਂ ਰਜਾਈ ਦਾ 8 ਆਨੇ, ਸਿਰਹਾਣੇ ਦੇ 4 ਆਨੇ, ਐਵੇਂ ਕਰਕੇ ਕਿਰਾਇਆ ਦਿੰਦੇ ਸੀ ਲੋਕ, ਤੇ ਹਾਲ ਦੇ ਵਿੱਚ ਸੌ ਜਾਂਦੇ। ਉਹਦਾ ਨਕਸ਼ਾ ਤਿਆਰ ਹੈ, ਉਹਦੇ 'ਤੇ ਕਰੀਬ 125 ਕਮਰੇ ਬਣਦੇ ਨੇ 6 ਸਟੋਰੀ ਦੇ। ਜੇ ਅਸੀਂ ਉਹਨੂੰ 8-10 ਸਟੋਰੀ 'ਤੇ ਲੈ ਜਾਂਦੇ ਹਾਂ ਤੇ ਕਰੀਬ 150 ਦੇ ਉੱਪਰ ਕਮਰਾ ਉਹਦਾ ਬਣ ਸਕਦਾ। ਇਹ ਵੀ ਪ੍ਰੋਜੈਕਟ ਹੈ। ਇੱਕ ਭੋਗ ਭੰਡਾਰ ਜਿਹੜਾ ਸਾਡਾ ਅੰਦਰ ਹੈ, ਇਹ ਮੇਨ ਰੋਡ ਦੇ ਉੱਤੇ ਜਗ੍ਹਾ ਅਸੀਂ ਖਰੀਦੀ ਹੈ, ਇਹ ਭੋਗ ਭੰਡਾਰ ਉੱਥੇ ਲੈ ਜਾਣਾ ਚਾਹੁੰਦੇ ਹਾਂ। ਔਰ ਇੱਕ ਜਿਹੜਾ ਲੰਗਰ ਹੈ ਆਪਣਾ, ਲੰਗਰ ਦੇ ਸਾਹਮਣੇ ਬਾਹਰ ਜਿਹੜੀ ਜਗ੍ਹਾ ਹੈ, ਉੱਥੇ ਜੈਨਰਿਕ ਦਵਾਈਆਂ ਦੀ ਇੱਕ ਦੁਕਾਨ ਜਿਹੜੀ ਹੈ ਦੁਰਗਿਆਨੇ ਵੱਲੋਂ ਖੋਲ੍ਹਣੀ ਚਾਹੁੰਦੇ ਹਾਂ। ਜਿਹੜੀਆਂ ਸੀਰੀਅਸ ਬਿਮਾਰੀਆਂ, ਉਹਨਾਂ ਦੀ ਬਿਮਾਰੀਆਂ ਦੀਆਂ ਜੈਨਰਿਕ ਦਵਾਈਆਂ ਜਿਹੜੀਆਂ ਹੈ, ਉਹ ਜਨ ਔਸ਼ਧੀ 'ਤੇ ਨਹੀਂ ਵਿਕਦੀਆਂ, ਨਾ ਹੀ ਮਿਲਦੀਆਂ। PM ਦੀ ਸਕੀਮ ਦੇ ਥੱਲੇ ਜਨ ਔਸ਼ਧੀ ਜਿਹੜੀ ਹੈ, ਉਹਦੇ ਵਿੱਚ ਜਨਰਲ ਮੈਡੀਸਨਸ ਨੇ, ਲੇਕਿਨ ਜਿਹੜੀਆਂ ਸੀਰੀਅਸ ਬਿਮਾਰੀਆਂ, ਕੈਂਸਰ ਹੈ, ਹਾਰਟ ਅਟੈਕ ਹੈ, ਦੂਸਰੀਆਂ ਸੀਰੀਅਸ ਬਿਮਾਰੀਆਂ, ਉਹਨਾਂ ਦੀਆਂ ਦਵਾਈਆਂ ਜੈਨਰਿਕ ਨਹੀਂ ਮਿਲਦੀਆਂ, ਜਿਹਦੇ ਨਾਲ ਗਰੀਬ ਵਿਚਾਰੇ ਬਹੁਤ ਤੰਗ ਨੇ। ਉਹ ਖੋਲ੍ਹਣ ਦਾ ਸਕੀਮ ਹੈ ਸਾਡੀ ਜੀ। ਸ਼ਰਮਾ ਜੀ, ਇੱਕ ਇਹ ਵੀ ਬੜੇ ਹੁਣ ਇਸ ਵਾਰੀ ਆਰੋਪ ਲੱਗ ਰਹੇ ਨੇ ਵੀ ਕੁਝ ਸ਼ਰਾਰਤੀ ਤੱਤਵ ਹੈ ਉਹ ਜਿਹੜੇ ਕਮੇਟੀ 'ਚ ਐਂਟਰ ਕਰਨਾ ਚਾਹੁੰਦੇ ਹੈ, ਤੇ ਇਹ ਵੀ ਆਰੋਪ ਲੱਗ ਰਿਹਾ ਵੀ ਕੁਝ ਦੜਾ ਛੱਟਾ ਕਾਰੋਬਾਰੀ ਹੈ ਉਹ ਵੀ ਬੈਕਡੋਰ ਤੋਂ ਐਂਟਰੀ ਜਿਹੜੇ ਉਹ ਕਰ ਰਹੇ ਹੈ। ਇਹ ਕਿੰਨੀ ਕੁ ਸੱਚਾਈ ਹੈ? ਇਸ ਤਰ੍ਹਾਂ ਜੀ ਕਿ ਦੁਰਗਿਆਨੇ ਨੇ ਕਰੀਬ 65 ਸਾਲ 70 ਸਾਲ ਵੇਖੇ ਨੇ ਵੀ ਦੁਰਗਿਆਨੇ 'ਚ ਕਿਸੇ ਨੇ ਇੱਟ ਨਹੀਂ ਲਾਈ। ਸਾਡੀ ਮਿਨਿਸਟਰੀ ਦੇ ਵਿੱਚ ਪਾਰਟਨਰਸ਼ਿਪ BJP ਦੀ ਹੋਣ ਦੇ ਬਾਵਜੂਦ ਦੁਰਗਿਆਨੇ ਵੱਲ ਕਿਸੇ ਨੇ ਮੁੜ ਕੇ ਨਹੀਂ ਵੇਖਿਆ। ਇੱਥੇ ਕਿਸੇ ਨੇ ਇੱਕ ਕਿੱਲ ਵੀ ਨਹੀਂ ਲਾਇਆ। ਅਸੀਂ ਆ ਕੇ ਇਹਦੀ ਸਕੀਮ ਬਣਵਾ ਕੇ 3.5 ਕਿੱਲੇ ਜ਼ਮੀਨ ਜਿਹੜੀ ਹੈ ਇਹਦੀ ਬਿਊਟੀਫਿਕੇਸ਼ਨ ਸਕੀਮ ਬਣਵਾਈ, ਤੇ 250 ਕਰੋੜ ਰੁਪਈਆ ਜਿਹੜਾ ਅਸੀਂ ਲਵਾਇਆ।
ਜਿਹੜੀ ਗੱਲ ਤੁਸੀਂ ਉਹ ਕਰਦੇ ਹੋ ਇਸ ਤਰ੍ਹਾਂ ਹੈ ਕਿ ਅੱਗੇ ਜਿਹੜੇ ਲੁੱਟ ਖਸੁੱਟ ਇੱਥੇ ਹੋਈ ਸੀ ਉਦੋਂ ਪੈਸੇ ਗਿਣਤੀ ਮਿੰਤੀ ਦੇ ਸੀ, ਲੇਕਿਨ ਹੁਣ ਤੇ ਪੈਸੇ ਬਹੁਤ ਜ਼ਿਆਦੇ ਨੇ ਜਿਨ੍ਹਾਂ ਨੂੰ ਵੇਖ ਕੇ ਲੋਕਾਂ ਦੇ ਮਨ ਦੇ ਵਿੱਚ ਮੂੰਹ ਦੇ ਵਿੱਚ ਪਾਣੀ ਆਉਣ ਡਿਆ, ਲਾਲਚ ਆਉਣ ਡਿਆ ਵੀ ਉਹ ਕਿਸੇ ਵੀ ਤਰੀਕੇ ਨਾਲ ਜਿਹੜੇ ਅਸੀਂ ਲੋਕ ਹੈਗੇ ਹਾਂ ਜਿਹੜੇ ਠਾਕਰ ਜੀ ਦੇ ਪੈਸੇ ਨੂੰ ਗਊ ਦੀ ਰੱਤ ਸਮਝਦੇ ਹਾਂ ਵੀ ਸਾਨੂੰ ਸਾਈਡ ਤੇ ਕਰਨ ਤੇ ਆਰਾਮ ਨਾਲ ਉਹ ਪੈਸੇ ਜਿਹੜੇ ਖਾਧੇ ਜਾ ਸਕਣ। ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਜਿਹੜੇ ਵਿਦ ਐਵੀਡੈਂਸ ਜਿਹੜੇ ਬਿੱਲ ਆਏ ਨੇ ਤੇ ਮਾਲ ਨਹੀਂ ਆਇਆ, ਉਹ ਬਿੱਲ ਤੇ ਮਾਲ ਜਿਹੜਾ ਸਾਰਾ ਮੈਂ ਕੱਲ੍ਹ ਦੀ ਪ੍ਰੈਸ ਕਾਨਫਰੰਸ 'ਚ ਦੱਸਿਆ। 45,000 ਰੁਪਏ ਦਾ ਇੱਕ ਬਿੱਲ ਜਿਹੜਾ ਉਹ ਪਾਰਕਿੰਗ ਦਾ ਆਇਆ, ਸਫਾਈ ਦਾ, ਜਦੋਂ ਕਿ ਉੱਥੇ ਕਿਸੇ ਨੇ ਵੀ ਕੋਈ ਬੰਦਾ ਨਹੀਂ ਆਇਆ ਸਫਾਈ ਕਰਨ, ਕਿਸੇ ਨੇ ਸਫਾਈ ਕੀਤੀ ਨਹੀਂ ਔਰ ਉਹਦੀਆਂ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਵੀ ਨਾਲ ਨੱਥੀ ਨੇ ਵੀ ਉੱਥੇ ਕੋਈ ਬੰਦਾ ਨਹੀਂ ਆਇਆ। ਸ਼ਰਮਾ ਜੀ, ਕਿਆ ਫਿਰ ਤੁਹਾਡੇ ਵੱਲੋਂ ਕੋਈ ਦੀ ਕੰਪਲੇਂਟ ਕੀਤੀ ਗਈ ਵੀ ਪੈਸਾ ਮੰਦਰ ਦਾ ਪੈਸਾ ਖਾ ਰਹੇ ਕੁਝ ਲੋਕ? ਹਾਂ ਬਿਲਕੁਲ ਜੀ, ਬਿਲਕੁਲ। ਉਹ ਜਨਰਲ ਹਾਊਸ ਦੇ ਵਿੱਚ ਔਰ ਮੈਨੇਜਿੰਗ ਕਮੇਟੀ ਦੇ ਵਿੱਚ ਸ਼ਿਕਾਇਤ ਕੀਤੀ ਗਈ ਔਰ ਉਸ ਬੰਦੇ ਨੂੰ ਐਕਸਪੈਲ ਕਰਨ ਦਾ ਨੋਟਿਸ ਦਿੱਤਾ ਗਿਆ ਔਰ ਅਸੀਂ ਉਹ ਜਿਹੜੇ ਬਿੱਲ ਹੈ ਉਹ ਰੋਕ ਕੇ ਉਹਨਾਂ ਨੂੰ ਬਿੱਲ ਪੇ ਨਹੀਂ ਕੀਤੇ। ਉਹਨਾਂ ਨੂੰ ਬੰਦੇ ਨੂੰ ਉਹਨੂੰ ਨੋਟਿਸ ਦਿੱਤਾ, ਫਿਰ ਉਹਨੇ ਅਪੋਲੋਜਾਈਜ਼ ਕੀਤਾ, ਨਹੀਂ ਤਾਂ ਉਹਨੂੰ ਮੈਂਬਰਸ਼ਿਪ ਤੋਂ ਐਕਸਪੈਲ ਕਰਨ ਲੱਗੇ ਸੀ। ਇਹ ਕਾਫੀ ਜਿਹੜੇ ਨਾ ਸਾਡੇ ਮੇਰੇ ਸਾਥੀ ਜਿਹੜੇ ਸੀ ਉਹਨਾਂ ਦੀ ਰਜ਼ਾਮੰਦੀ ਨਾਲ ਹੀ ਸਾਰਾ ਇਹ ਘਪਲਾ ਹੋਇਆ ਹੈ। ਦੱਸਣਾ ਚਾਹੋਗੇ ਕੌਣ ਲੋਕ ਇਨਵੋਲਵ ਇਹਦੇ ਵਿੱਚ? ਦੇਖੋ ਨਾ, ਬੜੀ ਵੱਡੀ ਗੱਲ ਹੈ। ਨਾਲੇ ਮੇਰਾ ਇਹਦੇ ਨਾਲ ਇਹ ਵੀ ਸਵਾਲ ਸੀਗਾ ਵੀ ਕੀ ਸ਼ਰਾਰਤੀ ਤੱਤਵ ਬੈਕਡੋਰ ਤੋਂ ਐਂਟਰੀ ਕਰਨਾ ਚਾਹ ਰਹੇ ਆ? ਹਾਂ ਬਿਲਕੁਲ ਕਰਨਾ ਚਾਹ ਰਿਹਾ ਜੀ, ਕਿਉਂਕਿ ਜੇ ਭੈਣ ਜੀ ਦੇ ਨਾਲ ਹੈ, ਭੈਣ ਜੀ ਦੀ ਉਮਰ ਕਰੀਬ 80-85 ਸਾਲ ਹੋ ਗਈ। ਨੋ ਡਾਊਟ ਉਹਨਾਂ ਦੇ ਕੋਈ ਇਲਜ਼ਾਮ ਨਹੀਂ ਅਸੀਂ ਲਾਉਂਦੇ, ਕਦੇ ਵੀ ਨਹੀਂ ਲਾਉਂਦੇ। ਭੈਣ ਹੈ ਸਾਡੀ, ਉਹ ਇਮਾਨਦਾਰ ਹੈ, ਲੇਕਿਨ ਉਹਨਾਂ ਦੇ ਜਿਹੜੇ ਆਲੇ ਦੁਆਲੇ ਲੋਕ ਨੇ ਉਹ ਇਮਾਨਦਾਰ ਨਹੀਂ ਹੈਗੇ ਔਰ ਜਿਹੜੇ ਉਹਨਾਂ ਦੇ ਮੋਢਿਆਂ ਦੇ ਚੜ੍ਹ ਕੇ ਦੁਰਗਿਆਨੇ 'ਚ ਵੜਨਾ ਚਾਹੁੰਦੇ ਆ, ਦੁਰਗਿਆਨੇ ਦਾ ਮਾਲ, ਦੁਰਗਿਆਨੇ ਦੀ ਜਗ੍ਹਾ ਉਹਨਾਂ ਤੋਂ ਸੇਫ ਨਹੀਂ ਹੈਗੀ। ਤੁਸੀਂ ਨਾਮ ਲੈਣਾ ਚਾਹੋਗੇ ਉਹਨਾਂ ਦੇ? ਨਹੀਂ, ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਉਹ ਦੁਰਗਿਆਨੇ ਦੇ ਹਿੱਤ 'ਚ ਨਹੀਂ। ਮੈਂ ਤਾਂ ਇਹ ਵੀ ਚਾਹੁੰਦਾ ਸੀ ਵੀ ਇਹ ਜਿੰਨਾ ਇਸ ਵਾਰੀ ਖਲਾਰਾ ਪੈ ਗਿਆ ਇਹ ਦੁਰਗਿਆਨੇ ਦੇ ਇਤਿਹਾਸ 'ਚ ਪਹਿਲੀ ਵਾਰੀ ਪਿਆ ਔਰ ਇਹ ਸਾਡੀ ਬਦਕਿਸਮਤੀ ਹੈ, ਸਨਾਤਨ ਧਰਮ ਦੀ ਵੀ, ਸਾਡੀ ਲੋਕਾਂ ਦੀ ਵੀ। ਨਹੀਂ ਤਾਂ ਇਹ ਦੁਰਗਿਆਨੇ ਦੇ ਜਿੰਨਾ ਚਿਰ ਯੂਨੈਨਿਮਸ ਇਲੈਕਸ਼ਨ ਹੁੰਦੇ ਰਹੇ ਨੇ ਔਰ ਇਮਾਨਦਾਰ ਬੰਦੇ ਅੱਗੇ ਆਉਂਦੇ ਰਹੇ ਨੇ ਤੇ ਇੰਨੇ ਥੋੜ੍ਹੇ ਟਾਈਮ ਦੇ ਵਿੱਚ ਇੰਨੀ ਤਰੱਕੀ ਹੋ ਗਈ ਹੈ ਤੇ ਹੁਣ ਤੇ ਗੱਡੀ ਲਾਈਨ ਤੇ ਆ ਗਈ ਹੈ। ਆਉਣ ਵਾਲੇ ਟਾਈਮ ਤੇ ਬਹੁਤ ਜ਼ਿਆਦਾ ਤਰੱਕੀ ਦੁਰਗਿਆਨਾ ਕਰ ਸਕਦਾ, ਜਿਹਦੇ ਨਾਲ ਹਿੰਦੂਆਂ ਦੀ ਛਾਤੀ ਚੌੜੀ ਹੋ ਸਕਦੀ ਹੈ। ਇੱਕ ਤੁਹਾਡੇ ਤੇ ਆਰੋਪ ਲੱਗਦੇ ਆ ਵੀ ਤੁਸੀਂ ਬੜੀ ਜਲਦੀ ਗੁੱਸੇ 'ਚ ਆ ਜਾਂਦੇ ਹੋ, ਗੁੱਸੇ 'ਚ ਆ ਕੇ ਅਨਾਪ ਸ਼ਨਾਪ ਬੋਲ ਦਿੰਦੇ ਹੋ, ਐਸੇ ਆਰੋਪ ਲੱਗਦੇ ਆ ਤੁਹਾਡੇ ਤੇ? ਬਿਲਕੁਲ ਲੱਗ ਰਿਹਾ ਜੀ। ਮੈਂ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਮੈਂ ਸਾਰੇ ਹੀ ਮੁਲਾਜ਼ਮ ਜਿਹੜੇ ਉਹਨਾਂ ਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ। ਉਹਦੇ 'ਚ ਇਹ ਐਲੀਗੇਸ਼ਨਸ ਲੱਗੇ ਸੀ ਵੀ ਪੁਜਾਰੀਆਂ ਨੂੰ ਗਾਲਾਂ ਕੱਢਦੇ ਆ, ਹਾਂਜੀ, ਥੱਪੜ ਵੀ ਮਾਰਦੇ ਆ, ਫਲਾਣਾ ਕਰਦੇ ਆ। ਮੈਂ ਉਹਨਾਂ ਨੂੰ ਇਹ ਦੱਸਿਆ ਕਿ ਮੈਂ ਜਿੰਨੀਆਂ ਬੇਟੀਆਂ ਮੇਰੇ ਮੁਲਾਜ਼ਮਾਂ ਦੀਆਂ, ਭਾਵੇਂ ਉਹ ਸੇਵਾਦਾਰ ਦੀ ਹੈ ਤੇ ਭਾਵੇਂ ਪੁਜਾਰੀ ਦੀ, ਉਹਨਾਂ ਦੇ ਨਾਂ 11,000 ਦੀਆਂ ਐਫਡੀਆਂ ਕਰਾਈਆਂ ਤਾਂ ਕਿ ਜਿਹੜੇ ਉਹ ਵਿਆਹ ਦੇ ਕਾਬਲ ਹੋਣ ਤੇ ਉਹਦੇ ਮਾਂ ਪਿਓ ਨੂੰ ਕੁਛ ਨਾ ਕੁਛ ਪੈਸੇ ਜਿਹੜੇ ਸਪੋਰਟ ਦੇ ਤੌਰ ਤੇ ਮਿਲ ਜਾਣ। ਔਰ ਸਾਰੇ ਬੰਦੇ ਜਿੰਨੇ ਮੇਰੇ ਮੁਲਾਜ਼ਮ ਨੇ ਦੁਰਗਿਆਨੇ ਦੇ 5-5 ਲੱਖ ਦੀ ਉਹਨਾਂ ਦੀ ਜਿਹੜੀ ਮੈਡੀਕਲ ਇੰਸ਼ੋਰੈਂਸ ਕਰਾਈ ਹੈ ਔਰ ਮੈਂ 2.5 3 ਲੱਖ ਰੁਪਏ ਤੱਕ ਇਹਨਾਂ ਜਿਹੜੇ ਮੇਰੇ ਮੁਲਾਜ਼ਮ ਆ ਉਹਨਾਂ ਦੀਆਂ ਬਿਮਾਰੀਆਂ ਤੇ ਪੈਸੇ ਖਰਚੇ ਨੇ। ਲੇਕਿਨ ਇਹ ਹੈ ਵੀ ਜੇ ਤੁਸੀਂ ਮੈਨੇਜਮੈਂਟ ਚਲਾਉਣੀ ਹੈ ਤੇ ਜਿਹੜਾ ਅਹੁਦੇਦਾਰ ਹੈ ਜਿਹਦੇ ਸਿਰ ਦੇ ਉੱਤੇ ਸਾਰਾ ਜ਼ਿੰਮੇਵਾਰੀ ਹੈ, ਉਹਨੂੰ ਨਾਰੀਅਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਉਹਨੂੰ ਬਾਹਰੋਂ ਸਖਤ ਹੋਣਾ ਚਾਹੀਦਾ ਤੇ ਅੰਦਰੋਂ ਨਰਮ ਹੋਣਾ ਚਾਹੀਦਾ। ਬੇਸਿਕਲੀ ਨਾਮ ਹੈ, ਕਦੇ ਕਿਸੇ ਨੂੰ ਗਾਲ ਕੱਢੀ, ਨਾ ਚਪੇੜ ਮਾਰੀ। ਲੇਕਿਨ ਇਹ ਹੈ ਵੀ ਮੈਂ ਗੁੱਸੇ ਜ਼ਰੂਰ ਹੁੰਨਾ ਜੇ ਉਹ ਆਪਣੇ ਕੰਮ ਦੇ ਵਿੱਚ, ਡਿਊਟੀ ਦੇ ਵਿੱਚ ਕੁਤਾਹੀ ਕਰਦੇ ਆ ਤਾਂ। ਸਮਝ ਇਹ ਕਿ ਵੀ ਆਰੋਪ ਲੱਗਦੇ ਆ ਵੀ ਸਵਾਲ ਵੀ ਹੈ ਜੀ ਵੀ ਦੁਰਗਿਆਨਾ ਐਡਾ ਵੱਡਾ ਤੀਰਥ ਸਥਾਨ ਹੈ, ਮੈਂਬਰ ਸਿਰਫ 1500 ਹੀ ਹੈ, ਉਹਦੇ 'ਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਭਗਵਾਨ ਨੂੰ ਪਿਆਰੇ ਹੋ ਚੁੱਕੇ ਹੈ। ਕੀ ਮਤਲਬ ਮੈਂਬਰਸ਼ਿਪ ਡਰਾਈਵ ਕਿਉਂ ਨਹੀਂ ਚੱਲੀ, ਜਾਂ ਆਉਣ ਵਾਲੇ ਸਮੇਂ ਜੇ ਤੁਸੀਂ ਪ੍ਰਧਾਨ ਬਣਦੇ ਹੋ ਤਾਂ ਤੁਹਾਡਾ ਕੀ ਵਿਜ਼ਨ ਰਹੇਗਾ? ਸਰ, ਇਹ ਨਿਸ਼ਚਿਤ ਤੌਰ ਤੇ ਨਹੀਂ ਇਹਦੀ ਮੈਂਬਰਸ਼ਿਪ ਵਧਣ ਨਹੀਂ ਦਿੱਤੀ, ਨਾ ਇਹਨੂੰ ਓਵਰਹਾਲ ਕਰਨ ਦਿੱਤਾ ਜੀ। ਲੇਕਿਨ ਇਹ ਇਲੈਕਸ਼ਨ ਤੋਂ ਸਬਕ ਸਿੱਖਦੇ ਹੋਇਆ ਜੇ ਪ੍ਰਭੂ ਨੇ ਮੈਨੂੰ ਅੱਗੇ ਸੇਵਾ ਦਿੱਤੀ
ਤੇ ਮੈਂ ਇਹ ਟੋਟਲ ਮੈਂਬਰਸ਼ਿਪ ਓਵਰਆਲ ਕਰ ਦਿਆਂਗਾ। ਔਰ ਜਿਹੜੇ ਸਾਡੇ ਮੈਂਬਰਸ ਦੀ ਡੈਥ ਹੋ ਗਈ ਹੈ, ਜੇ ਉਹਨਾਂ ਦੇ ਪਰਿਵਾਰ 'ਚੋਂ ਕੋਈ ਮੈਂਬਰ ਬਣਨਾ ਚਾਹੇਗਾ ਤੇ ਪਹਿਲ ਉਹਨਾਂ ਦੀ ਹੋਏਗੀ। ਔਰ ਜਿਹੜੇ ਨਵਾਂ ਖੂਨ ਹੈ ਉਹਨਾਂ ਨੂੰ ਤਰਜੀਹ ਦੇਵਾਂਗੇ ਤਾਂ ਕਿ ਉਹ ਆਉਣ ਤੇ ਸੈਕੰਡ ਲਾਈਨ ਜਿਹੜੀ ਕ੍ਰੀਏਟ ਹੋਵੇ, ਤਾਂ ਕਿ ਅਸੀਂ ਆਪਣੇ ਘਰ ਨੂੰ ਜਾਈਏ ਤੇ ਉਹ ਬੰਦੇ ਜਿਹੜੇ ਨੇ ਉਹ ਦੁਰਗਿਆਨੇ ਨੂੰ ਸੇਫ ਹੱਥਾਂ ਦੇ ਵਿੱਚ ਅਸੀਂ ਛੱਡ ਕੇ ਜਾਈਏ ਤੇ ਉਹ ਲੋਕ ਜਿਹੜੇ ਨੇ ਇਹਦੀ ਸੇਵਾ ਕਰਨ। ਅੱਜ ਦਾ ਲਾਸਟ ਸਵਾਲ ਹੈ ਸ਼ਰਮਾ ਜੀ, ਅੱਜ ਦਾ ਲਾਸਟ ਸਵਾਲ ਇਹ ਹੈ ਕਿ ਆਪਣਾ ਆਯੁਰਵੈਦਿਕ ਕਾਲਜ ਵੀ ਹੈ ਇੱਥੇ। ਆਯੁਰਵੈਦਿਕ ਕਾਲਜ ਦੀ ਦੇਖੋ ਅੱਜ ਹੁਣ ਤਾਂ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਹੈ ਤੇ ਆਪਣਾ ਸਟੇਟਸ ਕੀ ਹੈ? ਅਸੀਂ ਉਨੀ ਲక్ష్ਮੀ ਨਾਰਾਇਣ ਆਯੁਰਵੈਦਿਕ ਕਾਲਜ ਜਿਹੜਾ, ਉਹਦੀ ਤੁਹਾਨੂੰ ਕੀ ਲੱਗਦਾ ਕਿ ਜੋ ਉਹਦਾ ਮਾਨ ਸਨਮਾਨ ਉਹਦਾ ਮਿਲਣਾ ਚਾਹੀਦਾ ਸੀ, ਕਿਆ ਉਹਦਾ ਮਿਲ ਪਾ ਰਿਹਾ ਜਾਂ ਨਹੀਂ? ਤੇ ਜੇ ਨਹੀਂ ਤੇ ਕਿਉਂ? ਹਸਪੀਟਲ ਦੀ ਵੀ ਸਥਿਤੀ ਸਭ ਨੂੰ ਪਤਾ ਹੀ ਹੈ ਜੀ, ਵੀ ਹਸਪੀਟਲ ਦੀ ਸਥਿਤੀ ਵੀ ਬਹੁਤ ਚੰਗੀ ਨਹੀਂ ਹੈ ਸਾਡੇ ਆਯੁਰਵੈਦਿਕ ਜਿਹੜਾ ਕਾਲਜ ਦੇ ਨਾਲ ਹੈਗਾ। ਨਹੀਂ, ਤੁਸੀਂ ਸ਼ਾਇਦ ਕਾਫੀ ਦੇਰ ਤੋਂ ਉਧਰ ਗਏ ਨਹੀਂ ਜੀ। ਮੇਰੀ ਰਿਕੁਐਸਟ ਹੈ ਵੀ ਉਧਰ ਜਾ ਕੇ ਦੇਖੋ। ਹਸਪੀਟਲ ਨੂੰ ਅਸੀਂ ਕਾਫੀ ਅਪਗ੍ਰੇਡ ਕਰਤਾ ਹੈ। ਉਹਦੇ ਵਿੱਚ ਜਿਹੜਾ ਐਕਸ-ਰੇ, ਡਿਜੀਟਲ ਐਕਸ-ਰੇ ਲਾਤੇ ਹੈ ਔਰ ਲੈਬੋਰਟਰੀ ਜਿਹੜੀ ਹੈ ਉਹ ਵੀ ਅਸੀਂ ਆਟੋਮੈਟਿਕ ਲੈਬੋਰਟਰੀ ਦੀ ਮਸ਼ੀਨ ਲਾਈ ਹੈ ਕਰੀਬ 12 ਲੱਖ ਰੁਪਏ ਦੀ। ਔਰ ਉਹਦੇ ਚਾਰजेस ਜਿਹੜੇ ਨੇ ਉਹ ਬਾਜ਼ਾਰ ਨਾਲੋਂ ਤੇ ਜਿਹੜੀ ਸੇਵਾ ਸਮਤੀ ਹੈ ਉਹਦੇ ਨਾਲੋਂ ਅੱਧੇ ਰੇਟ ਤੇ ਅਸੀਂ ਲੋਕਾਂ ਦੇ ਸਾਰੇ ਟੈਸਟ ਕਰਦੇ ਹਾਂ। ਔਰ ਸਰਜਰੀਅਨ ਜਾਂ ਦੂਜਾ ਜਿਹੜਾ ਡਿਲੀਵਰੀ ਹੈ ਉਹਦੇ ਪੈਸੇ ਅਸੀਂ 8000 ਤੋਂ ਲੈ ਕੇ 10000 ਰੁਪਈਆ ਰੱਖਿਆ, ਜਿੰਨਾ ਖਰਚ ਹੁੰਦਾ ਹੈ। ਅੱਛਾ ਉਹਨਾਂ ਜੀ, ਕੱਲ ਇਲੈਕਸ਼ਨ ਹੋ ਰਹੇ ਹੈ ਸਵੇਰੇ, तो क्या किस तरह मतलब 10 ਤੋਂ 4 ਤੇ ਜਿਹੜੇ ਮੈਂਬਰ ਨੇ क्या ਉਹਦੇ ਲਈ क्या ਵਿਵਸਥਾ ਕੀਤੀ ਗਈ ਹੈ? ਥੋੜਾ ਦਰਸ਼ਕਾਂ ਨੂੰ ਦੱਸ ਦਿਓ ਕਿ ਜਿਨ੍ਹਾਂ ਨੇ ਵੋਟ ਪਾਉਣਾ ਹੈ। ਵਿਵਸਥਾ ਤੇ ਉਹਨਾਂ ਦੀ ਆਪੇ ਹੀ ਉਹਨਾਂ ਨੂੰ ਆਉਣਾ ਪੈਗਾ ਜੀ, ਲੇਕਿਨ 9 ਤੋਂ 5 ਕਰ ਦਿੱਤਾ ਗਿਆ ਟਾਈਮ ਜੀ। ਔਰ ਉਹਦੇ ਵਾਸਤੇ ਉਹਨਾਂ ਨੂੰ ਆਪ ਹੀ ਤਕਲੀਫ ਕਰਨੀ ਪੈਗੀ। ਵਿਵਸਥਾ ਇੱਥੇ ਕੀ ਵਿਵਸਥਾ ਜੀ, ਤੇ ਕਿੰਨੇ ਟੋਟਲ ਵੋਟਰ ਕਿੰਨੇ ਨੇ ਹੁਣ ਤੁਹਾਡੇ ਕੋਲ? ਇੱਥੇ ਕਰੀਬ 700 ਦੇ ਕੋਲ ਪੋਲਿੰਗ ਹੋਏਗੀ, 600 ਤੋਂ 700 ਦੇ ਕੋਲ। 1000 ਕੁ ਵੋਟਰ ਤੋਂ ਥੱਲੇ ਜਿਹੜੇ ਹੈਗੇ ਨੇ ਵੋਟਰ, ਉਹਨਾਂ ਦੀ ਵਿਵਸਥਾ ਕੰਪਲੀਟ ਹੈ ਕਿ ਬਾਹਰੋਂ ਉਹ ਪਹਿਲੇ ਆਪਣਾ ਚੰਦਾ ਕਲੀਅਰ ਕਰਨਗੇ, ਬਾਹਰੋਂ ਆਇਡੈਂਟੀਫਿਕੇਸ਼ਨ ਨੋ ਆਬਜੈਕਸ਼ਨ ਸਰਟੀਫਿਕੇਟ ਮਿਲੇਗਾ ਉਹਨਾਂ ਨੂੰ, ਫਿਰ ਉਹ ਅੰਦਰ ਜਾਣਗੇ। ਫਿਰ ਉਹਨਾਂ ਦਾ ਸਰਕਾਰੀ ਕੋਈ ਆਇਡੈਂਟੀਫਿਕੇਸ਼ਨ ਉਹਨਾਂ ਦੇ ਕੋਲ ਚਾਹੀਦਾ, ਭਾਵੇਂ ਉਹ ਪਾਸਪੋਰਟ ਹੋਵੇ, ਭਾਵੇਂ ਡਰਾਈਵਿੰਗ ਲਾਇਸੈਂਸ ਹੋਵੇ, ਉਹ ਇੱਕ ਆਇਡੈਂਟੀਫਿਕੇਸ਼ਨ ਦਾ ਕੋਈ ਵੀ ਡਾਕੂਮੈਂਟ ਚਾਹੀਦਾ। ਉਹਦੇ ਬੇਸਿਸ ਦੇ ਉੱਤੇ ਉਹ ਅੱਗੇ ਵੋਟ ਪਾ ਸਕਦਾ। ਕੁਛ ਅਪੀਲ ਕਰਨਾ ਚਾਹੋ ਤੁਸੀਂ ਜਿਹੜੇ ਵੀ ਮੈਂਬਰ ਸਹਿਮਾਨ ਨੇ? ਅਪੀਲ ਇਹੀ ਹੈ, ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੋਟ ਜਿਹਨੂੰ ਵੀ ਪਾਣੀ ਹੈ ਤੁਸੀਂ ਉਸ ਬੰਦੇ ਨੂੰ ਅੰਦਰੋਂ ਬਾਹਰੋਂ ਵੇਖ ਕੇ ਪਰਖ ਕੇ ਪਾਓ। ਬੜੀ ਮੁਸ਼ਕਲ ਦੇ ਨਾਲ ਦੁਰਗਿਆਨਾ ਜਿਹੜਾ ਕਰੀਬ 80 ਸਾਲ ਦੇ ਵਿੱਚ ਲਾਈਨ ਤੇ ਆਇਆ ਤੇ ਕੁਝ ਲੋਕ ਇਹਨੂੰ ਵੇਖ ਕੇ ਦੁਬਾਰਾ ਤੋਂ ਵਿੱਚ ਵੜ ਨਾ ਜਾਣ ਔਰ ਇਹਨੂੰ ਦੁਬਾਰਾ ਤੋਂ ਖਾਣ ਦਾ ਕੋਸ਼ਿਸ਼ ਨਾ ਕਰਨ। ਸਾਡੀ ਤਾਂ ਇਹੀ ਤੁਹਾਡੇ ਅੱਗੇ ਬੇਨਤੀ ਹੈ ਕਿ ਜਿਹੜੇ ਕੈਂਡੀਡੇਟ ਨੇ, ਭਾਵੇਂ ਉਹ ਕੋਈ ਵੀ ਹੈ, ਜੇ ਤੁਸੀਂ ਸਮਝਦੇ ਹੋ ਕਿ ਉਹ ਅੰਦਰੋਂ ਬਾਹਰੋਂ ਇਮਾਨਦਾਰ ਹੈ ਤੇ ਉਹ ਠਾਕਰ ਜੀ ਦੇ ਪੈਸੇ ਨੂੰ ਗਊ ਦੀ ਰੱਤ ਸਮਝਦਾ, ਉਹਨੂੰ ਵੋਟ ਪਾਓ। ਧੰਨਵਾਦ ਦੇ ਸਨ ਰਮੇਸ਼ ਸ਼ਰਮਾ, ਇਸ ਵੇਲੇ ਦੁਰਗਿਆਨਾ ਤੀਰਥ ਕਮੇਟੀ ਦੇ ਪ੍ਰਧਾਨ ਨੇ। 24 ਜੁਲਾਈ ਕੱਲ੍ਹ ਚੁਣਾਵ ਹੋਣੇ ਨੇ, ਨਵਾਂ ਪ੍ਰਧਾਨ ਚੁਣਿਆ ਜਾਣਾ ਹੈ। ਇਹਨਾਂ ਨੇ ਜਿਹੜੀ ਬੜੀ ਵੱਡੀ ਗੱਲ ਇਹ ਆਖੀ ਵੀ ਕੁਝ ਲੋਕ 100 ਕਿੱਲਾ ਜ਼ਮੀਨ, 100 ਏਕੜ ਜ਼ਮੀਨ ਦੀ ਅਸੀਂ ਕਹੀਏ 1 ਏਕੜ ਦਾ 1 ਕਰੋੜ ਵੀ ਮੁੱਲ ਲਾ ਲਈਏ ਤੇ 100 ਕਰੋੜ ਤੋਂ ਵੱਧ ਬਣਦਾ, ਉਹ ਕੁਝ ਲੋਕ ਖੁਰਦ-ਬੁਰਦ ਕਰ ਗਏ। ਆਖਰ ਉਹ ਕੌਣ ਲੋਕ ਸੀ, ਉਹਨਾਂ ਦੇ ਨਾਮ ਵੀ ਸਾਹਮਣੇ ਆਉਣੇ ਚਾਹੀਦੇ ਨੇ। ਬਾਕੀ ਇਹਨਾਂ ਨੇ ਇਹ ਵੀ ਦੱਸਿਆ ਵੀ ਇਹਨਾਂ ਨੇ ਆਪਣੇ ਪ੍ਰਧਾਨ ਰਹਿੰਦੇ ਹੁੰਦੇ ਕੀ ਕੀਤਾ ਔਰ ਇਹਨਾਂ ਦੇ ਅੱਗੋਂ ਵਿਜ਼ਨ ਕੀ ਹੈ। ਹੁਣ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਸਾਡੀ ਸਾਰੇ ਜਿਹੜੇ ਹੈ ਦਰਸ਼ਕ ਵੀ, ਵੋਟਰਾਂ ਨੂੰ ਵੀ ਇਹ ਅਪੀਲ ਹੈ, ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਤਾਂ ਕਿ ਦੁਰਗਿਆਨਾ ਕਮੇਟੀ ਦੇ ਜਿਹੜੇ ਵੀ ਨਵੇਂ ਪਦਾਧਿਕਾਰੀ ਚੁਣੇ ਜਾਣ ਉਹ ਇਸ ਦੁਰਗਿਆਨੇ ਦੀ ਵਿਵਸਥਾ ਨੂੰ ਠੀਕ ਕਰਨ, ਨਾ ਕਿ ਉਹ ਲੋਕ ਚੁਣੇ ਜਾਣ ਜਿਹੜੇ ਕਿ ਸ਼ਰਾਰਤੀ ਹੋਣ ਤੇ ਕੁਝ ਮਾਲ ਖਾਣ ਲਈ ਇੱਥੇ ਆਏ ਹੋਣ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।